हाँ जी, पशु पालक वीरों सारों नूं सत श्री अकाल जी। लंपी स्किन डिजीज़ दे केस लगभग सारे पंजाब चों ही आ रहे हैं। जे तुहाडे ध्यान च होवे 3 साल पहलां नेपाल तो ये बीमारी शुरू हुई सी। नेपाल तो ये यूपी दे विच आई, उत्तराखंड दे विच आई, होर भी नाल दियां कई स्टेटां दे विच आई, फिर हरियाणे च आई। और पिछले 2 सालों तो ये बीमारी पंजाब च लगातार फैल रही है। देखो जिहड़ियां भी बीमारियां ने जिन्हां दे विच चमड़ी दीयां समस्यावां हुंदियां, जिवें पॉक्स वायरस वालियां बीमारियां हुंदियां, छोटी माता वड्डी माता जिहड़े असीं आम तौर ते यूज करते हैं टर्म अपने मनुक्खां दे विच भी, जिहड़े वायरस ने खास करके जिवें पॉक्स वायरस हो गया, हरपीज वायरस हो गया। हरपीज वायरस वो हुंदा जिहदे नाल बंदियां दे विच जनेऊ निकलदा है, जिहड़ा बड़ा खतरनाक बीमारी है। ये बीमारियां दिनों दिन तुसीं देखो, जे असीं डेयरी फार्मिंग दे वड्डे खतरे लाइए तां वड्डे खतरिਆਂ ਦੇ ਵਿੱਚ एक खतरा ये भी है भी ਜਿਹੜੀਆਂ ਨਵੀਆਂ वायरल बीमारियां आ रही हैं। ਹੁਣ ਜਿੰਨੀਆਂ ਵੀ ਬਿਮਾਰੀਆਂ ਪਿੱਛੇ ਆਈਆਂ ਤੁਸੀਂ ਦੇਖੋ, ਭਾਵੇਂ ਤੁਸੀਂ ਦੇਖ ਲਓ ਪੋਲਟਰੀ ਦੇ ਵਿੱਚ ਦੇਖ ਲਓ, ਬਰਡ ਫਲੂ ਹੋ ਗਈ, ਸੂਰਾਂ 'ਚ ਸਵਾਈਨ ਫਲੂ ਹੋ ਗਈ, ਮੱਝਾਂ ਗਾਵਾਂ ਦੇ ਵਿੱਚ ਇਹ ਲੰਪੀ ਸਕਿਨ ਡਿਜ਼ੀਜ਼ ਹੋ ਗਈ, ਬੰਦਿਆਂ 'ਚ ਕਰੋਨਾ ਹੋ ਗਈ। ਇਹ ਵਾਇਰਲ ਬਿਮਾਰੀਆਂ ਦਾ ਸਾਨੂੰ ਪਹਿਲਾਂ ਸਮਝਣਾ ਪੈਣਾ ਵੀ ਇਦਾਂ ਕਿਉਂ ਹੋ ਰਿਹਾ। ਜੇ ਅਸੀਂ ਪਸ਼ੂਆਂ ਦੀ ਗੱਲ ਕਰੀਏ ਤਾਂ ਮੇਨ ਕਾਰਨ ਜਿਹੜਾ ਹੈਗਾ ਇਹਦੇ ਵਿੱਚ ਵਾਇਰਲ ਬਿਮਾਰੀਆਂ ਦੇ ਇੰਨਾ ਜ਼ਿਆਦਾ ਫੈਲਣ ਦਾ ਵੱਡਾ ਕਾਰਨ ਹੈ ਸਾਡੀ ਮਾੜੀ ਖੁਰਾਕ ਤੇ ਮਾੜਾ ਪ੍ਰਬੰਧ। ਮਾੜੀ ਖੁਰਾਕ ਜਿਹੜੀ ਹੈਗੀ ਉਹਦੇ ਵਿੱਚ ਕੀ ਹੈ, ਉਹ 'ਚ ਇਕੱਲੀ ਫੀਡ ਨਹੀਂ ਆਉਂਦੀ। ਮੈਂ ਪੂਰੇ ਖੁਰਾਕ ਦੀ ਗੱਲ ਕੀਤੀ, ਉਹ 'ਚ ਹਰਾ ਚਾਰਾ ਵੀ ਆਉਂਦਾ, ਤੂੜੀ ਵੀ ਆਉਂਦੀ ਹੈ, ਕੱਲ੍ਹ ਆਪਾਂ ਗੱਲ ਕੀਤੀ ਸੀ ਮੱਕੀ ਦਾ ਚਾਰ ਵੀ ਆਉਂਦਾ ਹੈ, ਔਰ ਫੀਡ ਵੀ ਆਉਂਦੀ ਉਹਦੇ ਵਿੱਚ। ਇਹ ਚਾਰੇ ਚੀਜ਼ਾਂ ਨੇ ਜਿਹੜੇ ਜੇ ਅਸੀਂ ਹਰੇ ਚਾਰੇ ਤੋਂ ਸ਼ੁਰੂ ਕਰੀਏ, ਹਰਾ ਚਾਰਾ ਵੀ ਸਾਡਾ ਜਿੰਨੇ ਅਸੀਂ ਕੀਟਨਾਸ਼ਕ ਦਵਾਈਆਂ ਯੂਜ਼ ਕਰ ਰਹੇ ਹਾਂ, ਜਿੰਨੇ ਅਸੀਂ ਖਾਦਾਂ ਯੂਜ਼ ਕਰ ਰਹੇ ਹਾਂ, ਜਿਵੇਂ ਆਲੂ ਵਾਲੇ ਵੀਰ ਸਾਡੇ ਜਿਹੜੇ ਥੋਕ ਦੇ ਵਿੱਚ DAP ਦੀ ਵਰਤੋਂ ਕਰ ਰਹੇ ਆ, ਬਾਅਦ 'ਚ ਆਲੂ ਵਾਲੀ ਦੀ ਜਗ੍ਹਾ 'ਤੇ ਅਸੀਂ ਮੱਕੀ ਬੀਜਦੇ ਆ। ਇਹ ਜਿਹੜੇ ਜ਼ਹਿਰੀਲੇ ਤੱਤ ਨੇ ਇਹ ਸਾਰੇ ਰਲ ਮਿਲ ਕੇ ਕਿਤੇ ਨਾ ਕਿਤੇ ਪਸ਼ੂਆਂ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਾ ਰਹੇ ਹੈ। ਇਹ ਪਹਿਲਾ ਮੇਨ ਕਾਰਨ ਹੈ ਵੀ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ। ਦੂਜਾ ਕਾਰਨ ਜਿਹੜਾ ਹੈਗਾ ਉਹ ਹੈਗਾ ਖੁਰਾਕੀ ਤੱਤਾਂ ਦੀ ਘਾਟ। ਪਹਿਲੀ ਗੱਲ ਤਾਂ ਹੈਗਾ ਵੀ ਖੇਤੀਬਾੜੀ ਰਾਹੀਂ ਜ਼ਹਿਰਾਂ ਬਹੁਤ ਜ਼ਿਆਦਾ ਜਾ ਰਹੀਆਂ, ਹਵਾ ਰਾਹੀਂ, ਪਾਣੀ ਰਾਹੀਂ, ਪੱਠਿਆਂ ਰਾਹੀਂ, ਤੂੜੀ ਰਾਹੀਂ, ਫੀਡ ਰਾਹੀਂ ਜ਼ਹਿਰਾਂ ਬਹੁਤ ਜ਼ਿਆਦਾ ਜਾ ਰਹੀਆਂ। ਦੂਜੇ ਨੰਬਰ 'ਤੇ ਜਿਹੜਾ ਹੈਗਾ ਉਹ ਹੈਗਾ ਖੁਰਾਕੀ ਤੱਤਾਂ ਦੀ ਘਾਟ, ਵੀ ਜਿਹੜੇ ਅਸੀਂ ਮਿਨਰਲ ਮਿਕਸਚਰ ਵਗੈਰਾ ਪਾਉਣੇ ਆ, ਨਾ ਉਹਨਾਂ ਦੀ ਕੁਆਲਿਟੀ ਸਹੀ ਹੁੰਦੀ ਹੈ, ਨਾ ਉਹਨਾਂ ਦੀ ਮਾਤਰਾ ਸਹੀ ਹੁੰਦੀ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਤੀਜਾ ਨੰਬਰ ਜਿਹੜਾ ਹੈਗਾ ਉਹ ਹੈਗੇ ਸਾਡੇ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ, ਜਿਹਨੂੰ ਅਸੀਂ ਮਾਈਕੋਟੌਕਸਿਨ ਕਹਿ ਦਿੰਦੇ ਹਾਂ। ਚੌਥਾ ਕਾਰਨ ਜਿਹੜਾ ਹੈਗਾ ਉਹ ਹੈਗਾ ਸਾਡਾ ਬਹੁਤ ਹੀ ਜ਼ਰੂਰੀ ਹੈ, ਜਿਵੇਂ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ, ਜਿੱਥੇ ਵੀ ਤੁਸੀਂ ਦੇਖ ਲਓ ਵੀ ਲੰਪੀ ਸਕਿਨ ਡਿਜ਼ੀਜ਼ ਜਾਂ ਕੋਈ ਵੀ ਵਾਇਰਲ ਬਿਮਾਰੀ ਜਿਵੇਂ ਲੰਗੜਾ ਬੁਖਾਰ ਹੈ, ਭਾਵੇਂ ਜ਼ਿਆਦਾ ਮਾਰ ਕਰੇਗਾ, ਉੱਥੇ ਮਾਰ ਕਰੇਗਾ ਜਿੱਥੇ ਇਹ ਚਾਰਾਂ ਦੇ ਵਿੱਚੋਂ 2-3 ਚੀਜ਼ਾਂ ਹੋਣਗੀਆਂ। ਉਹ ਹੈਗੀ ਚੌਥੇ ਨੰਬਰ 'ਤੇ ਖੂਨ ਦੀ ਕਮੀ। ਖੂਨ ਦੀ ਕਮੀ ਤੁਸੀਂ ਦੇਖੋ, ਜਿੱਥੇ ਐਨਾਪਲਾਜ਼ਮਾ ਹੋਏਗਾ, ਖੂਨ ਦਾ ਪੱਧਰ 7 ਗ੍ਰਾਮ 8 ਗ੍ਰਾਮ ਹੋਏਗਾ, 6 ਗ੍ਰਾਮ ਹੋਏਗਾ ਪਸ਼ੂਆਂ 'ਚ, ਖਾਸ ਕਰਕੇ ਗਾਵਾਂ ਦੇ ਵਿੱਚ, ਉੱਥੇ ਲੰਪੀ ਸਕਿਨ ਡਿਜ਼ੀਜ਼ ਬਹੁਤ ਜ਼ਿਆਦਾ ਮਾਰ ਕਰੇਗੀ। ਸੋ ਆਪਾਂ 4 ਕਾਰਨ ਇਹਦੇ ਗਿਣੇ ਹੈ। ਦੇਖੋ ਸਾਨੂੰ ਇਹ ਚਾਰੇ ਕਾਰਨਾਂ ਬਾਰੇ ਗੌਰ ਕਰਨੀ ਪੈਣੀ ਹੈ। ਪਹਿਲੀ ਗੱਲ ਤਾਂ ਇਹ ਹੈ, ਸਾਨੂੰ ਬੇਸਿਕ ਜਿਹੜਾ ਮੁੱਢਲਾ ਖੇਤੀਬਾੜੀ ਦਾ ਸਿਸਟਮ ਹੈ ਉਹ 'ਤੇ ਕੰਮ ਕਰਨ ਦੀ ਲੋੜ ਹੈ। ਵਪਾਰੀਕਰਨ ਦੇ ਚੱਕਰ 'ਚ ਅਸੀਂ ਵਾਤਾਵਰਨ ਦੇ ਨਾਲ ਨਾਲ ਇਹ ਨਾ ਹੋਵੇ ਵੀ ਆਪਣੀ ਜੇਬ ਵੀ ਖਾਲੀ ਕਰ ਲਈਏ, ਵੀ ਬਚੇ ਵੀ ਕੁਛ ਨਾ ਤੇ ਪੈਸਾ ਵੀ ਬਹੁਤ ਜ਼ਿਆਦਾ ਲੱਗ ਜੇ ਤੇ ਫਾਇਦਾ ਵੀ ਕੋਈ ਨਾ ਹੋਵੇ। ਕਿਉਂਕਿ ਜਿੰਨੀਆਂ ਵੀ ਵਾਇਰਲ ਬਿਮਾਰੀਆਂ ਨੇ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ। ਪੈਸੇ ਦਾ ਵੀ ਸਾਡਾ ਪ੍ਰੋਡਕਸ਼ਨ ਵਾਈਜ਼ ਵੀ, ਮਤਲਬ ਕਿ ਪਸ਼ੂਆਂ ਦਾ ਦੁੱਧ ਵੀ ਘਟਾਉਂਦੀਆਂ ਲੰਮਾ ਸਮਾਂ। ਮਤਲਬ ਕਿ ਤੁਸੀਂ ਦੇਖੋ ਜਿਵੇਂ ਮੂੰਹ ਖੁਰ ਦੀ ਬਿਮਾਰੀ ਹੈ, ਉਹਦੇ ਵਿੱਚ ਵੀ ਇੱਦਾਂ ਹੀ ਹੁੰਦਾ ਹੈਗਾ। ਹੁਣ ਭੱਜ ਦੀ ਬਿਮਾਰੀ ਹੈ ਜਿਹੜੀ ਲੰਪੀ ਸਕਿਨ ਡਿਜ਼ੀਜ਼, ਜਿਹਦੀ ਗੱਲ ਕਰੀ ਦੇਖੋ ਇਹ 'ਚ ਚਮੜੀ ਦੀ ਸਮੱਸਿਆ ਮੇਨ ਆਉਂਦੀ ਹੈ। ਤੇਜ਼ ਬੁਖਾਰ ਹੁੰਦਾ, ਪਸ਼ੂ ਨੂੰ ਮੂੰਹ 'ਚੋਂ ਲਾਲਾਂ ਗਿਰਦੀਆਂ, ਪਹਿਲਾਂ ਗਰਦਨ ਦੇ ਆਲੇ ਦੁਆਲੇ ਜਿਹੜੇ ਹੈਗੇ ਧੱਫੜੀਆਂ ਜਿਹੀਆਂ ਨਿਕਲ ਜਾਂਦੀਆਂ, ਜਦੋਂ ਫੁੱਟ ਜਾਂਦੀਆਂ ਤਾਂ ਤੁਸੀਂ ਦੇਖੋ ਪੂਰੀ ਮੋਰੀ ਹੋ ਜਾਂਦੀ ਹੈ ਉਹਦੇ ਵਿੱਚ। ਔਰ ਇਹ ਜਿਹੜੀ ਬਿਮਾਰੀ ਹੈ ਮੇਨਲੀ ਜ਼ਿਆਦਾਤਰ ਗਾਵਾਂ 'ਚ ਕੇਸ ਆ ਰਹੇ, ਪਰ ਮੱਝਾਂ 'ਚ ਵੀ ਕੇਸ ਆ ਰਹੇ ਹੈ। ਔਰ ਗਾਵਾਂ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਲੋਕ ਇਹਦੇ ਵਿੱਚ ਬਹੁਤ ਹੈਵੀ ਐਂਟੀਬਾਇਓਟਿਕ ਵਰਤ ਰਹੇ ਹੈ। ਜਿੰਨੀਆਂ ਵੀ ਵਾਇਰਲ ਬਿਮਾਰੀਆਂ ਹੁੰਦੀਆਂ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ। ਬਹੁਤ ਸਾਰੇ ਪਸ਼ੂ ਪਾਲਕ ਆਪ ਵੀ ਇਲਾਜ ਕਰਦੇ ਰਹਿੰਦੇ ਆ।
ਵੀ ਅੱਖਾਂ ਮੀਚ ਕੇ ਜਿਹੜੇ ਅਸੀਂ ਹੈਵੀ ਐਂਟੀਬਾਇਓਟਿਕ ਵਰਤ ਰਹੇ ਹਾਂ, ਇਹਦੇ ਨਾਲ ਅਸੀਂ ਪਸ਼ੂ ਦਾ ਫਾਇਦਾ ਨਹੀਂ, ਨੁਕਸਾਨ ਹੀ ਕਰ ਰਹੇ ਹਾਂ। ਇਹਦੇ ਵਾਸਤੇ ਕੀ ਹੈ, ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ, ਪਸ਼ੂ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਹ ਵਧਾਉਣ 'ਤੇ ਜ਼ੋਰ ਦੇਣਾ ਪੈਣਾ ਹੈ। ਉਹਦੇ ਵਾਸਤੇ ਜੇ ਪਸ਼ੂ ਅਨੀਮਿਕ ਹੈ, ਖੂਨ ਦੀ ਕਮੀ ਹੈ, ਤਾਂ ਤੁਰੰਤ ਪਸ਼ੂ ਨੂੰ ਵਧੀਆ ਕੁਆਲਿਟੀ ਦਾ ਜਿਹੜਾ TMV ਹੈ, ਟ੍ਰੇਸ ਮਿਨਰਲ ਵਿਦ ਵਿਟਾਮਿਨ 20 ਤੋਂ 30 ਗ੍ਰਾਮ ਸ਼ੁਰੂ ਕਰੋ। ਦੂਜੇ ਨੰਬਰ ਤੇ ਜੇ ਐਨਾਪਲਾਜ਼ਮਾ ਵੀ ਨਾਲ ਹੈਗਾ ਤਾਂ ਐਨਾਪਲਾਜ਼ਮਾ ਦਾ ਇਲਾਜ ਕਰਨਾ ਜ਼ਰੂਰੀ ਹੈ, ਕਿਉਂਕਿ ਅਨੀਮੀਆ ਜਿਹੜਾ ਹੈਗਾ ਉਹ ਬਹੁਤ ਹੀ ਖਤਰਨਾਕ ਹੈ, ਖਾਸ ਕਰਕੇ ਜਦੋਂ ਐਨਾਪਲਾਜ਼ਮਾ ਕਰਕੇ ਹੋਊਗਾ। ਐਨਾਪਲਾਜ਼ਮਾ ਕਰਕੇ ਤੁਸੀਂ ਆਪਣੇ ਮਾਹਰ ਤੋਂ ਇਲਾਜ ਕਰੋ, ਉਹਦੇ ਬਾਰੇ ਵੀਡੀਓਜ਼ ਵੀ ਹੈਗੀਆਂ ਆਪਣੇ, ਤੁਸੀਂ ਦੇਖ ਸਕਦੇ ਹੋ। ਤੀਜੇ ਨੰਬਰ ਤੇ ਜਿਹੜਾ ਹੈਗਾ ਉਹ ਹੈਗਾ ਜੇ ਮਾਈਕੋਟੌਕਸਿਨ ਨੇ, ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਨੇ, ਤਾਂ ਤੁਸੀਂ ਪਹਿਲਾਂ ਆਪਣਾ ਜੇ ਸਾਈਲੇਜ ਪ੍ਰੋਬਲਮ ਹੈ ਉਹਨੂੰ ਠੀਕ ਕਰੋ। ਦੂਜੇ ਨੰਬਰ ਤੇ ਤੁਸੀਂ ਨਾਲ ਵਧੀਆ ਕੁਆਲਿਟੀ ਦਾ ਟੌਕਸਿਨ ਬਾਈਂਡਰ ਜਿਹੜਾ ਹੈਗਾ ਉਹਦੀ ਵਰਤੋਂ ਯਕੀਨੀ ਬਣਾਓ। ਇਹ ਤੁਸੀਂ ਭੁੱਲ ਜਾਓ ਵੀ ਵਾਇਰਲ ਡਿਜ਼ੀਜ਼ ਜਿਹੜੀ ਹੈਗੀ ਉਹ ਤੁਸੀਂ ਸਿਰਫ ਲੱਛਣਾਂ ਦਾ ਇਲਾਜ ਕਰਕੇ ਉਹਤੇ ਕਾਬੂ ਪਾ ਲਓਗੇ। ਇਹ ਨਾ ਹੋਇਆ ਨਾ ਹੋਣਾ, ਤੁਸੀਂ ਕਰੋਨਾ ਦੇ ਵਿੱਚ ਵੀ ਬੜੀ ਚੰਗੀ ਤਰ੍ਹਾਂ ਦੇਖਿਆ। ਉਹਦੇ ਵਾਸਤੇ ਪਸ਼ੂ ਦੀ ਜਿਹੜੀ ਤੁਰੰਤ ਅਸੀਂ ਕਰ ਸਕਦੇ ਹਾਂ, ਉਹ ਦੇਖੋ ਉਹਦੇ ਵਾਸਤੇ ਇਹ ਹੈ ਵੀ ਆਮਲਾ ਤੇ ਹਲਦੀ, ਔਲਿਆਂ ਦਾ ਪਾਊਡਰ ਜਾਂ ਤਾਜ਼ੇ ਔਲੇ ਤੇ ਹਲਦੀ, ਇਹ ਤੁਸੀਂ 10 ਗ੍ਰਾਮ ਜਿਹੜਾ ਔਲਿਆਂ ਦਾ ਪਾਊਡਰ, 10 ਗ੍ਰਾਮ ਹਲਦੀ ਪਸ਼ੂ ਨੂੰ ਤੁਰੰਤ ਦਿਓਗੇ ਤਾਂ ਤੁਰੰਤ ਤੁਸੀਂ ਦੇਖੋਗੇ ਪਸ਼ੂ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਬੁਖਾਰ ਵਾਸਤੇ ਆਪਾਂ ਜੋ ਬੁਖਾਰ ਦੀਆਂ ਦਵਾਈਆਂ ਵਰਤਦੇ ਹਾਂ ਉਹ ਵਰਤ ਸਕਦੇ ਹਾਂ। ਔਰ ਜਿਹੜੀ ਚਮੜੀ ਦੀ ਸਮੱਸਿਆ ਹੈ ਉਹਦੇ ਵਾਸਤੇ ਤੁਸੀਂ ਕੋਈ ਵੀ ਵਧੀਆ ਕੁਆਲਿਟੀ ਦੀ ਮੱਲਮ, ਜਿਹੜੀ ਜ਼ਖਮਾਂ ਵਾਲੀ ਮੱਲਮ ਤੁਹਾਡੇ ਏਰੀਆ 'ਚ ਮਿਲਦੀ ਹੈ, ਉਹਨੂੰ ਤੁਸੀਂ ਕੋਕੋਨਟ ਜਿਹੜਾ ਹੁੰਦਾ, ਖੋਪੇ ਦਾ ਤੇਲ ਹੈਗਾ, ਉਹ 'ਚ ਮਿਲਾ ਕੇ ਲਾਓ। ਉਹਦੇ ਨਾਲ ਪਸ਼ੂ ਨੂੰ ਕਾਫੀ ਆਰਾਮ ਮਿਲੂਗਾ। ਔਰ ਜਿੰਨੀਆਂ ਵੀ ਵਾਇਰਲ ਬਿਮਾਰੀਆਂ ਹੁੰਦੀਆਂ, ਇੱਕ ਮੈਂ ਤੁਹਾਨੂੰ ਦੱਸੂਗਾ ਬਹੁਤ ਹੀ ਜ਼ਰੂਰੀ ਚੀਜ਼ ਹੈ ਇਹ, ਇਹਨਾਂ 'ਚ ਤੇਜ਼ ਬੁਖਾਰ ਹੁੰਦਾ ਹੈ, ਪਰ ਇਹਨਾਂ ਦੇ ਵਿੱਚ ਖੂਨ ਦੇ ਵਿੱਚ ਕੈਲਸ਼ੀਅਮ ਦਾ ਤੇ ਮੈਗਨੀਸ਼ੀਅਮ ਦਾ ਪੱਧਰ ਬਹੁਤ ਜ਼ਿਆਦਾ ਘਟ ਜਾਂਦਾ। ਜਿਵੇਂ ਲੰਗੜਾ ਬੁਖਾਰ ਹੁੰਦਾ, ਇਹਨਾਂ 'ਚ ਤੇਜ਼ ਬੁਖਾਰ ਹੁੰਦਾ ਹੈ ਪਰ ਕੈਲਸ਼ੀਅਮ ਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਘਟ ਜਾਂਦਾ। ਇਸ ਕਰਕੇ ਜਿਹੜੀ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀਆਂ ਬੋਤਲਾਂ ਨੇ, ਜਿਵੇਂ ਕਿ ਮਾਈਪੈਕਸ ਦੀ ਬੋਤਲ ਆਉਂਦੀ ਹੈ, ਉਹ ਦੇਣੀਆਂ ਬਹੁਤ ਜ਼ਰੂਰੀ ਨੇ। ਬਾਕੀ ਦੇਖੋ, ਜੇ ਅਸੀਂ ਮੁੱਖ ਤੌਰ ਤੇ ਇਲਾਜ ਦੀ ਗੱਲ ਕਰੀਏ ਤਾਂ ਐਲੋਪੈਥੀ ਇਹ 'ਚ ਬਹੁਤ ਜ਼ਿਆਦਾ ਕਿਤੇ ਵੀ ਕਾਮਯਾਬ ਨਹੀਂ ਹੈਗੀ। ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ, ਬੁਖਾਰ ਦੇ ਟੀਕੇ ਦੇ ਸਕਦੇ ਹੋ, ਕੈਲਸ਼ੀਅਮ ਮੈਗਨੀਸ਼ੀਅਮ ਦੀਆਂ ਬੋਤਲਾਂ ਦੇ ਸਕਦੇ ਹੋ, ਮੱਲਮ ਲਾ ਸਕਦੇ ਹੋ ਖੋਪੇ ਦੇ ਤੇਲ 'ਚ ਪਾ ਕੇ। ਨਾਲ ਤੁਸੀਂ ਜਿਹੜੀ ਹੋਮਿਓਪੈਥਿਕ ਤੇ ਇਲੈਕਟ੍ਰੋ ਹੋਮਿਓਪੈਥਿਕ ਦਵਾਈਆਂ ਨੇ, ਜਿਹੜੀਆਂ ਵੀ ਤੁਹਾਡੇ ਮਾਹਰ ਤੁਹਾਨੂੰ ਦੱਸਦੇ ਆ, ਬਹੁਤ ਸਾਰੀਆਂ ਹੋਮਿਓਪੈਥਿਕ ਤੇ ਇਲੈਕਟ੍ਰੋ ਹੋਮਿਓਪੈਥਿਕ ਦਵਾਈਆਂ ਪੰਜਾਬ ਦੇ ਵਿੱਚ ਉਪਲਬਧ ਨੇ। ਉਹ ਅਗਰ ਤੁਸੀਂ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਬਿਮਾਰੀ ਕਦੇ ਵੀ ਬਹੁਤ ਜ਼ਿਆਦਾ ਨਹੀਂ ਫੈਲਦੀ। ਦੂਜੀ ਗੱਲ ਹੈ, ਜੇ ਤੁਹਾਡੇ ਇੱਕ ਪਸ਼ੂ ਨੂੰ ਬਿਮਾਰੀ ਆਉਂਦੀ ਹੈ ਤਾਂ ਜੇ ਤੁਹਾਡੇ ਕੋਲ 5-10 ਪਸ਼ੂ ਨੇ ਤਾਂ ਤੁਹਾਡਾ ਮੇਨ ਇਹ ਹੋਣਾ ਚਾਹੀਦਾ ਵੀ ਤੁਸੀਂ ਕੋਈ ਵੀ ਐਂਟੀਵਾਇਰਲ ਸਪਰੇਅ ਹੈ, ਬਾਜ਼ਾਰ 'ਚ ਬਹੁਤ ਤਰ੍ਹਾਂ ਦੇ ਸਪਰੇਅ ਆਉਂਦੇ ਆ, ਜਿਵੇਂ ਕੋਰਸੋਲਿਨ ਆਉਂਦਾ ਹੈ, ਵਿਰਕੋਨ ਆਉਂਦਾ ਹੈ, ਹੋਰ ਬੜੇ ਆਉਂਦੇ ਹੈਗੇ, ਉਹ ਤੁਸੀਂ ਕੋਈ ਵੀ ਸਪਰੇਅ 5 ml ਪ੍ਰਤੀ ਲੀਟਰ ਜਾਂ 5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਾ ਕੇ ਰੋਜ਼ ਸਪਰੇਅ ਕਰੋ। ਇਹ ਬਹੁਤ ਵੱਡਾ ਇਲਾਜ ਹੈ। ਬਾਕੀ ਇਹ ਬਿਮਾਰੀ ਜਿਹੜੀ ਫੈਲਦੀ ਹੈ, ਦੇਖੋ ਵੈਕਟਰ ਬੋਰਨ ਹੈ, ਮੱਖੀ ਮੱਛਰਾਂ ਨਾਲ ਹੀ ਫੈਲਦੀ ਹੈ, ਚਿੱਚੜਾਂ ਨਾਲ ਹੀ ਫੈਲਦੀ ਹੈ। ਉਹਦੇ ਵਾਸਤੇ ਤੁਸੀਂ ਮੱਖੀ ਮੱਛਰ ਤੇ ਚਿੱਚੜਾਂ ਦੇ ਇਲਾਜ ਵਾਸਤੇ ਜਿਹੜੀਆਂ ਚਿੱਚੜਾਂ ਵਾਲੀਆਂ ਦਵਾਈਆਂ ਉਹ ਵੀ ਸਪਰੇਅ ਕਰ ਸਕਦੇ ਹੋ। ਨਹੀਂ ਤਾਂ ਤੁਸੀਂ ਫਲੇਮ ਗਨ ਦੀ ਵਰਤੋਂ ਕਰੋ। ਫਲੇਮ ਗਨ ਜਿਹੜੀ ਹੈਗੀ ਤੁਹਾਡਾ ਜਿਹੜਾ ਵਾਇਰਸ ਆ ਉਹਨੂੰ ਵੀ ਖਤਮ ਕਰੇਗੀ, ਨਾਲ ਹੀ ਉਹ ਤੁਹਾਡੇ ਚਿੱਚੜ ਮੱਖੀ ਮੱਛਰਾਂ ਨੂੰ ਹੱਲ ਕਰੇਗੀ। ਬਹੁਤ ਸਾਰੇ ਲੋਕ ਇਹ ਸਮਝਦੇ ਆ ਜੀ ਸਾਨੂੰ ਤੁਰੰਤ 2-4 ਐਂਟੀਬਾਇਓਟਿਕ ਦੱਸ ਦਿਓ, 2-4 ਦਵਾਈਆਂ ਦੱਸ ਦਿਓ। ਇਸ ਤਰ੍ਹਾਂ ਇਹ ਬਿਮਾਰੀਆਂ ਵਾਇਰਲ ਨਹੀਂ ਹੱਲ ਹੁੰਦੀਆਂ, ਨਾ ਹੋਈਆਂ ਨਾ ਹੋਣੀਆਂ। ਸਾਰਾ ਕੁਝ ਤੁਹਾਨੂੰ ਕਰਨਾ ਪੈਣਾ। ਚਾਰੇ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ, ਤੁਹਾਨੂੰ ਆਪਣੀ ਜਿਹੜੀ ਚਾਰੇ ਦੀ ਕੁਆਲਿਟੀ, ਫੀਡ ਦੀ ਕੁਆਲਿਟੀ ਉਹ ਵੀ ਵਧੀਆ ਬਣਾਉਣੀ ਪੈਣੀ ਹੈ। ਜੇ ਪਸ਼ੂ 'ਚ ਖੂਨ ਦੀ ਕਮੀ ਉਹ ਵੀ ਠੀਕ ਕਰਨੀ ਪੈਣੀ ਹੈ। ਜੇ ਲਘੂ ਤੱਤਾਂ ਦੀ ਘਾਟ ਉਹ ਵੀ ਪੂਰੀ ਕਰਨੀ ਪੈਣੀ ਹੈ। ਔਰ ਚੌਥੇ ਨੰਬਰ ਤੇ ਜਿਹੜੇ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਨੇ ਉਹਨਾਂ ਦਾ ਵੀ ਹੱਲ ਕਰਨਾ ਪੈਣਾ, ਨਾਲ ਉਹਦੇ ਵਾਸਤੇ ਟੌਕਸਿਨ ਬਾਈਂਡਰ ਦੇਣਾ ਪੈਣਾ। ਬਾਕੀ ਦੀ ਜਿਹੜੀ ਗੋਟ ਪੌਕਸ ਦੀ ਵੈਕਸੀਨ ਹੈ, ਗੁਰੂ ਅੰਗਦ ਦੇਵ ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਹੈ, ਉਹ ਤੁਸੀਂ ਲਗਵਾ ਸਕਦੇ ਹੋ। ਵੈਕਸੀਨ ਬਾਰੇ ਆਪਾਂ ਇੱਕ ਵੱਖਰਾ ਵਿਸ਼ੇ 'ਚ ਗੱਲ ਕਰਾਂਗੇ। ਵੈਕਸੀਨ ਲਵਾ ਕੇ ਇਹ ਕਦੇ ਵੀ ਨਿਸ਼ਚਿੰਤ ਨਾ ਹੋਇਓ ਵੀ ਜੇ ਵੈਕਸੀਨ ਲੱਗ ਗਈ ਤਾਂ ਪਸ਼ੂ 'ਚ 100% ਕੰਮ ਕਰੇਗੀ। ਮੈਂ ਜਿੰਨਾ ਮੇਰਾ ਤਜਰਬਾ ਫੀਲਡ 'ਚ ਮੈਂ ਦੇਖਿਆ, ਬਹੁਤ ਸਾਰੀਆਂ ਵੈਕਸੀਨ 70% ਪਸ਼ੂਆਂ ਦੇ ਵਿੱਚ ਵੀ ਕੰਮ ਨਹੀਂ ਕਰਦੀਆਂ, ਕਿਉਂਕਿ ਬਹੁਤ ਸਾਰੇ ਉਹਦੇ ਕਾਰਨ ਇਹੋ ਜਿਹੇ ਆ ਜਿਹੜੇ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਉਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਗੱਲ ਕਰਾਂਗੇ। ਬਾਕੀ ਮੈਂ ਇਹੀ ਕਹੂੰਗਾ ਵੀ ਜਦੋਂ ਵੀ ਤੁਹਾਡੇ ਕੋਈ ਲੰਪੀ ਸਕਿਨ ਡਿਜ਼ੀਜ਼ ਦਾ ਜਾਂ ਵਾਇਰਲ ਬਿਮਾਰੀਆਂ ਦਾ ਕੇਸ ਆਉਂਦਾ ਹੈ, ਤੁਸੀਂ ਤੁਰੰਤ ਜਿਹੜਾ ਨੇੜੇ ਦਾ ਪਸ਼ੂ ਹਸਪਤਾਲ ਹੈ, ਡਿਸਪੈਂਸਰੀ ਹੈ, ਉਹਦੇ ਨਾਲ ਸੰਪਰਕ ਕਰੋ। ਨੇੜੇ ਦੇ ਪਸ਼ੂ ਮਾਹਰ ਤੋਂ ਤੁਰੰਤ ਇਲਾਜ ਕਰਵਾਓ। ਪਰ ਮੈਂ ਤੁਹਾਨੂੰ ਇਹ ਕਹੂੰਗਾ, ਜੇ ਅਸੀਂ ਆਪ ਇਲਾਜ ਕਰ ਰਹੇ ਹੋ ਤਾਂ ਹੈਵੀ ਐਂਟੀਬਾਇਓਟਿਕ ਅੱਖਾਂ ਮੀਚ ਕੇ ਜਾਂ ਇੱਕ ਦੂਜੇ ਦੀ ਸਲਾਹ ਨਾਲ ਨਾ ਵਰਤੋ। ਇਹਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਏਗਾ, ਕਿਉਂਕਿ ਹੈਵੀ ਐਂਟੀਬਾਇਓਟਿਕ ਜਿਹੜੇ ਹੈਗੇ ਲਿਵਰ ਡਿਸਫੰਕਸ਼ਨ ਵੀ ਕਰਦੇ, ਲਿਵਰ ਦੀ ਪ੍ਰੋਬਲਮ ਵੀ ਕਰਦੇ ਆ,
ਔਰ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਘਟਾਉਂਦੇ ਆ। ਅਸੀਂ ਕੰਪਨੀਆਂ ਦੇ ਹੱਥਾਂ ਦੇ ਵਿੱਚ ਇੱਕ ਤਰ੍ਹਾਂ ਦੇ ਖਿਡੌਣੇ ਨਾ ਬਣੀਏ ਆਪ, ਕਿਉਂਕਿ ਕੰਪਨੀਆਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਵੀ ਜਿੰਨਾ ਵੀ ਲੋਕਾਂ ਨੂੰ ਵਧੀਆ ਮਹਿੰਗੀਆਂ ਦਵਾਈਆਂ ਵੇਚੀਆਂ ਜਾਣ। ਆਮ ਜਿਹੜੀਆਂ ਚੀਜ਼ਾਂ ਹੈਗੀਆਂ, ਆਮਲਾ, ਹਲਦੀ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ, ਉਹਨਾਂ ਵੱਲ ਧਿਆਨ ਦੇਈਏ। ਕੋਈ ਸਵਾਲ ਹੋਵੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਜਾਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।